TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਬਰਤਾਨੀਆ ਦੀ ਮਹਾਰਾਣੀ ਦਾ ਹੋਇਆ ਦੇਹਾਂਤ। 2024 ਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਹੋਣਗੀਆਂ ਇਕੱਠੀਆਂ। ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਇੱਕ ਹੋਰ ਵਾਅਦਾ ਕੀਤਾ ਪੂਰਾ। ਟੈਂਡਰ ਘੁਟਾਲੇ ਵਿੱਚ ਆਸ਼ੂ ਦੇ ਨਾਲ ਰਹਿਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਰਡਾਰ ਤੇ। ਨਾਲਾਗੜ੍ਹ ਅਦਾਲਤੀ ਕੰਪਲੈਕਸ ਵਿੱਚ ਗੋਲੀਬਾਰੀ ਮਾਮਲੇ ਨਾਲ ਸੰਬੰਧਿਤ 2 ਵਿਅਕਤੀ ਗ੍ਰਿਫਤਾਰ ਅਤੇ ਡਰਾਈਵਰ ਦੀ ਲਾਸ਼ ਬੱਸ ਅੱਡੇ ਵਿੱਚ ਰੱਖ ਕੇ ਪੀੜਤ ਪਰਿਵਾਰ ਨੇ ਦਿੱਤਾ ਧਰਨਾ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਫਿਰ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲੀ ਵੱਡੀ ਖਬਰ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ ਹੋ ਗਿਆ। ਉਹ 96 ਵਰ੍ਹਿਆਂ ਦੇ ਸਨ। ਉਹ ਆਪਣੇ ਆਖਰੀ ਦਿਨਾਂ ਤੱਕ ਬਰਤਾਨੀਆ ਦੀ ਮਹਾਰਾਣੀ ਦੇ ਤੌਰ ਤੇ ਬਿਰਾਜਮਾਨ ਰਹੇ। ਬਕਿੰਗਮ ਪੈਲਸ ਨੇ ਦੱਸਿਆ ਕਿ ਮਹਾਰਾਣੀ ਦੀ ਸਿਹਤ ਵਿਗੜਨ ਤੋਂ ਬਾਅਦ ਬਾਲਮੋਰਾ ਵਿੱਚ ਡਾਕਟਰੀ ਨਿਗਰਾਨੀ ਹੇਠ ਉਹਨਾਂ ਨੂੰ ਰੱਖਿਆ ਹੋਇਆ ਸੀ। ਇਸੇ ਦੌਰਾਨ ਸ਼ਾਹੀ ਪਰਿਵਾਰ ਦੇ ਕੀ ਮੈਂਬਰ ਜਦੋਂ ਮੌਕੇ ਤੇ ਪਹੁੰਚੇ ਤਾਂ ਉਦੋਂ ਤੱਕ ਰਾਣੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਸਨ। ਸ਼ਾਹੀ ਪਰਿਵਾਰ ਨੇ ਆਖਰਕਾਰ ਉਹਨਾਂ ਦੀ ਮੌਤ ਦਾ ਫਿਰ ਐਲਾਨ ਕੀਤਾ, ਜਿਸ ਨੇ ਭਾਰਤ ਦੇ ਨਾਲ ਕਈ ਮੁਲਕਾਂ ਤੇ ਰਾਜ ਕੀਤਾ ਹੈ। ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਉਹਨਾਂ ਦਾ ਸਭ ਤੋਂ ਵੱਡਾ ਪੁੱਤਰ 73 ਵਰ੍ਹਿਆਂ ਦਾ ਪ੍ਰਿੰਸ ਚਾਰਲਸ ਯੂਕੇ ਦਾ ਭਾਵ ਬਰਤਾਨੀਆ ਦਾ ਹੁਣ ਨਵਾਂ ਰਾਜਾ ਬਣ ਗਿਆ ਹੈ। ਯੂਕੇ ਦਾ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਉਹ ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸਮੇਤ 14 ਹੋਰ ਮੁਲਕਾਂ ਦੇ ਵੀ ਮੁਖੀ ਬਣ ਗਏ ਨੇ। ਉਹਨਾਂ ਦੀ ਪਤਨੀ ਕੈਮਿਲਾ ਨਵੀਂ ਰਾਣੀ ਬਣ ਗਏ ਨੇ। ਮਹਾਰਾਣੀ ਐਲਿਜ਼ਾਬੈਥ II ਦਾ ਜਨਮ 21 ਅਪ੍ਰੈਲ ਤੇ 1926 ਨੂੰ ਹੋਇਆ ਸੀ। ਮਹਾਰਾਣੀ ਦੇ ਜਨਮ ਸਮੇਂ ਉਸਦੇ ਦਾਦਾ ਜਾਰਜ 5ਵੇਂ ਬਰਤਾਨੀਆ ਦੇ ਵਿੱਚ ਰਾਜ ਕਰ ਰਹੇ ਸਨ। ਬਰਤਾਨੀਆ ਦੇ ਉੱਤੇ ਉਹਨਾਂ ਦੇ ਪਿਤਾ ਜਾਰਜ 6ਵੇਂ ਦੁਆਰਾ ਵੀ ਸ਼ਾਸਨ ਕੀਤਾ ਗਿਆ ਸੀ, ਜੋ ਜਾਰਜ 5ਵੇਂ ਦਾ ਦੂਸਰਾ ਪੁੱਤਰ ਸੀ। ਮਹਾਰਾਣੀ ਦੀ ਮਾਂ ਦਾ ਨਾਮ ਵੀ ਐਲਿਜ਼ਾਬੈਥ ਸੀ। ਡਚੈਸ ਆਫ ਯਾਰਕ ਸੀ। ਜਦੋਂ ਉਸਦੀ ਮਾਂ ਰਾਣੀ ਬਣੀ ਤਾਂ ਉਸਨੂੰ ਐਲਿਜ਼ਾਬੈਥ ਦੇ ਨਾਂ ਨਾਲ ਜਾਣਿਆ ਗਿਆ ਅਤੇ ਜਦੋਂ ਇਹ ਵੀ ਖੁਦ ਰਾਣੀ ਬਣੇ ਤਾਂ ਇਹਨਾਂ ਨੂੰ ਵੀ ਐਲਿਜ਼ਾਬੈਥ II ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਐਲਿਜ਼ਾਬੈਥ II ਦਾ ਭਾਵ ਬਰਤਾਨੀਆ ਦੀ ਮਹਾਰਾਣੀ, ਜਿਹੜੇ ਕੁਝ ਸਮਾਂ ਪਹਿਲਾਂ ਹੁਣ ਸਵਰਗ ਸਿਧਾਰੇ ਹੈ, ਅਕਾਲ ਚਲਾਣਾ ਕਰ ਗਏ ਹੈ, ਉਹਨਾਂ ਦਾ ਵਿਆਹ 20 ਨਵੰਬਰ ਤੇ 1947 ਨੂੰ ਪ੍ਰਿੰਸ ਫਿਲਿਪ ਦੇ ਨਾਲ ਹੋਇਆ ਸੀ ਅਤੇ ਪ੍ਰਿੰਸ ਫਿਲਿਪ ਮਹਾਰਾਣੀ ਦਾ ਦੂਰ ਦਾ ਰਿਸ਼ਤੇਦਾਰ ਸੀ ਅਤੇ 13 ਸਾਲ ਦੀ ਉਮਰ ਵਿੱਚ ਦੱਸਿਆ ਜਾਂਦਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਸੀ। ਜਦੋਂ ਦੋਵੇਂ ਵਿਆਹ ਕਰ ਰਹੇ ਸਨ ਤਾਂ ਬਕਿੰਗਮ ਪੈਲਸ ਦੇ ਬਾਹਰ ਦੋਵਾਂ ਦੀ ਇੱਕ ਝਲਕ ਪਾਉਣ ਵਾਸਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ। ਇਸ ਪ੍ਰੇਮੀ ਜੋੜੇ ਦਾ ਪਹਿਲਾ ਬੱਚਾ, ਉਹਦਾ ਜਨਮ 1948 ਵਿੱਚ ਹੋਇਆ ਸੀ ਤੇ ਉਹਦਾ ਨਾਮ ਪ੍ਰਿੰਸ ਚਾਰਲਸ ਰੱਖਿਆ ਗਿਆ ਸੀ। ਜਦੋਂ ਕਿ ਸਾਲ 1950 ਵਿੱਚ ਉਹਨਾਂ ਦੇ ਘਰ ਇੱਕ ਬੱਚੀ ਨੇ ਵੀ ਜਨਮ ਲਿਆ ਤੇ ਉਸ ਦਾ ਨਾਮ ਰਾਜਕੁਮਾਰੀ ਐਨੀ ਰੱਖਿਆ ਗਿਆ। ਮਹਾਰਾਣੀ ਐਲਿਜ਼ਾਬੈਥ II ਦੇ ਪਿਤਾ ਕਿੰਗ ਜਾਰਜ 6ਵੇਂ ਦੀ 6 ਫਰਵਰੀ 1952 ਨੂੰ ਬਿਮਾਰੀ ਕਾਰਨ ਮੌਤ ਹੋ ਗਈ ਸੀ। ਮਹਾਰਾਣੀ ਅਤੇ ਰਾਜਕੁਮਾਰ ਉਸ ਦਾ ਸਮੇਂ ਕੀਨੀਆ ਦਾ ਦੌਰਾ ਕਰ ਰਹੇ ਸਨ। ਕਿੰਗ ਜਾਰਜ ਦੀ ਮੌਤ ਦੇ ਸਮੇਂ ਐਲਿਜ਼ਾਬੈਥ II ਸਿਰਫ 25 ਵਰ੍ਹਿਆਂ ਦੇ ਸਨ ਅਤੇ ਉਹਨਾਂ ਨੂੰ ਰਾਣੀ ਬਣਾ ਦਿੱਤਾ ਗਿਆ ਸੀ। ਵੈਸਟਮਿਨਿਸਟਰ ਐਬੇ ਵਿਖੇ 2 ਜੂਨ 1953 ਨੂੰ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ ਅਤੇ 25 ਸਾਲ ਦੀ ਉਮਰ ਤੋਂ ਲੈ ਕੇ ਆਖਰੀ ਸਾਹ ਲੈਣ ਤੱਕ ਉਹ ਬਰਤਾਨੀਆ ਦੀ ਮਹਾਰਾਣੀ ਰਹੇ। ਮਹਾਰਾਣੀ ਐਲਿਜ਼ਾਬੈਥ II ਨੇ ਮਹਾਰਾਣੀ ਰਹਿੰਦਿਆਂ 14 ਵੱਖ-ਵੱਖ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ। ਹਾਲਾਂਕਿ ਆਪਣੇ ਜੀਵਨ ਕਾਲ ਦੇ ਦੌਰਾਨ ਉਹ 15ਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਵੀ ਮਿਲ ਚੁੱਕੇ ਸਨ ਅਤੇ ਸਹੁੰ ਚੁਕਾਉਣ ਦੇ ਯੋਗ ਸਨ। ਅਜੇ ਕੁਝ ਮਹੀਨੇ ਪਹਿਲਾਂ ਹੀ ਐਲਿਜ਼ਾਬੈਥ II ਨੇ ਮਹਾਰਾਣੀ ਵਜੋਂ 70 ਸਾਲ ਪੂਰੇ ਕੀਤੇ ਸੀ ਅਤੇ ਬਰਤਾਨੀਆ ਵਿੱਚ ਇਸ ਦਿਨ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਸੀ ਅਤੇ ਦੁਨੀਆ ਭਰ ਦੇ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਸੀ। ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਕੈਨੇਡਾ, ਭਾਰਤ ਅਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਬਹੁਤ ਸਾਰੇ ਮੁਲਕਾਂ ਦੇ ਰਾਸ਼ਟਰਪਤੀ ਨੇ, ਉਹਨਾਂ ਨੇ
ਸ਼ੋਕ ਸੁਨੇਹੇ ਭੇਜੇ ਨੇ ਅਤੇ ਆਪਣੀਆਂ ਯਾਦਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਤਸਵੀਰਾਂ ਦੇ ਰਾਹੀਂ ਟਵੀਟ ਕੀਤੇ ਨੇ। ਤੇ ਦੂਸਰੇ ਪਾਸੇ ਅੱਜ ਸਰੀ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਫੰਡ ਰੇਜ਼ਿੰਗ ਦੇ ਵਿੱਚ ਆਉਣਾ ਸੀ, ਪਰ ਮਹਾਰਾਣੀ ਦੀ ਮੌਤ ਹੋਣ ਤੋਂ ਬਾਅਦ ਉਸ ਫੰਡ ਰੇਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਤੇ ਹੁਣ ਆਪਾਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਕਿ ਇਸ ਵਕਤ ਭਾਰਤ ਦੇ ਵਿੱਚ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ, ਸਾਰੀਆਂ ਧਿਰਾਂ ਦੀਆਂ ਨਜ਼ਰਾਂ ਉਹਦੇ ਤੇ ਟਿਕੀਆਂ ਹੋਈਆਂ ਨੇ। ਬੀਤੇ ਦਿਨਾਂ 'ਚ ਤੁਸੀਂ ਵੇਖਿਆ ਹੋਣਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਖ-ਵੱਖ ਆਗੂਆਂ ਦੇ ਨਾਲ ਦਿੱਲੀ ਵਿੱਚ ਆ ਕੇ ਮੁਲਾਕਾਤਾਂ ਕਰਕੇ ਗਏ ਹੈ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਸੱਤਾਧਾਰੀ ਧਿਰ ਹੈ, ਉਹ ਵੀ ਜ਼ੋਰ ਲਾ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਚੋਣ ਜਿੱਤੀ ਜਾਵੇ, ਭਾਵ ਹੈਟ੍ਰਿਕ ਮਾਰ ਦਿੱਤੀ ਜਾਵੇ। ਪਰ ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉਹਨਾਂ ਨੇ ਵੀ ਕੁਝ ਅਹਿਮ ਐਲਾਨ ਕੀਤੇ ਹੈ। ਉਹਨਾਂ ਨੇ ਕਿਹਾ ਕਿ ਉਹ ਅਤੇ ਗੁਆਂਢੀ ਸੂਬੇ ਬਿਹਾਰ ਅਤੇ ਝਾਰਖੰਡ ਦੇ ਜਿਹੜੇ ਮੁੱਖ ਮੰਤਰੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਵਾਸਤੇ ਉਹ ਸਾਰੇ ਜਾਣੇ ਰਲ ਕੇ ਹੋਰਨਾਂ ਵਿਰੋਧੀ ਧਿਰਾਂ ਦੇ ਨਾਲ, ਹੋਰ ਪਾਰਟੀਆਂ ਦੇ ਨਾਲ ਹੱਥ ਮਿਲਾਉਣਗੇ। ਆਪਣੀ ਪਾਰਟੀ ਦੇ ਦਰਅਸਲ ਇੱਕ ਪ੍ਰੋਗਰਾਮ ਨੂੰ ਉਹ ਸੰਬੋਧਨ ਕਰ ਰਹੇ ਸਨ ਤਾਂ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਆਪਣੇ ਹੰਕਾਰ ਅਤੇ ਲੋਕਾਂ ਦੇ ਗੁੱਸੇ ਦੇ ਕਾਰਨ ਹਾਰੇਗੀ। ਉਹਨਾਂ ਕਿਹਾ ਕਿ ਮੈਂ ਨਿਤੀਸ਼ ਕੁਮਾਰ, ਅਖਿਲੇਸ਼ ਯਾਦਵ ਅਤੇ ਹੇਮੰਤ ਸੋਰੇਨ ਅਤੇ ਕਈ ਹੋਰ ਆਗੂਆਂ ਦੇ ਨਾਲ 2024 ਵਿੱਚ ਇਕੱਠੇ ਹੋ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਦੇ ਖਿਲਾਫ ਇਕਮੁੱਠ ਕਰਨ ਦੇ ਲਈ, ਭਾਜਪਾ ਨੂੰ ਹਰਾਉਣ ਦੇ ਲਈ ਹੱਥ ਮਿਲਾਉਣ ਵਾਸਤੇ ਅਸੀਂ ਕੋਸ਼ਿਸ਼ਾਂ ਕਰਾਂਗੇ। ਉਹ ਕਹਿੰਦੇ ਇੱਕ ਪਾਸੇ ਅਸੀਂ ਸਾਰੇ ਹੋਵਾਂਗੇ, ਦੂਸਰੇ ਪਾਸੇ ਭਾਜਪਾ। ਉਹ ਕਹਿੰਦੇ ਭਾਜਪਾ ਨੂੰ ਜਿਹੜਾ 300 ਸੀਟਾਂ ਦਾ ਹੰਕਾਰ, ਉਸ ਦੀ ਤਕਦੀਰ ਜਿਹੜੀ ਉਹ ਕਹਿ ਰਿਹਾ ਨਾ, ਉਹ ਲੈ ਕੇ ਬੈਠੂਗਾ। 2024 ਵਿੱਚ ਕਹਿੰਦੇ ਖੇਲਾ ਹੋਵੇ। ਪਿਛਲੇ ਸਾਲ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਸੀ, ਉੱਥੇ ਤੁਸੀਂ ਵੇਖਿਆ ਹੋਣਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਭਾਜਪਾ ਨੇ ਪੂਰਾ ਦਸਤ ਪੰਜਾ ਲਿਆ। ਝਾਰਖੰਡ ਦੇ ਵਿਧਾਇਕਾਂ ਨੂੰ ਵੀ ਭਾਰੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ। ਉਹ ਕਹਿੰਦੇ ਗੁਆਂਢੀ ਸੂਬੇ ਦੇ ਵਿੱਚ ਖਰੀਦੋ ਫਰੋਖਤ ਨੂੰ ਰੋਕਿਆ ਤੇ ਹੇਮੰਤ ਸੋਰੇਨ ਸਰਕਾਰ ਨੂੰ ਡਿੱਗਣ ਤੋਂ ਬਚਾਇਆ। 30 ਜੁਲਾਈ ਨੂੰ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਪੰਚਲਾ ਦੇ ਵਿੱਚ ਝਾਰਖੰਡ ਦੇ 3 ਕਾਂਗਰਸੀ ਵਿਧਾਇਕਾਂ ਦੀ ਗੱਡੀ ਤੋਂ ਕਰੀਬ 49 ਲੱਖ ਰੁਪਏ ਬਰਾਮਦ ਕੀਤੇ ਗਏ ਸੀ, ਜਿਸ 'ਚ ਉਹਨਾਂ ਨੇ ਭਾਜਪਾ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਸੱਤਾ 'ਚ ਵਾਪਸੀ ਕੀਤੀ ਸੀ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਹਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਵੀ ਕਈਆਂ ਥਾਵਾਂ ਤੋਂ ਕਹਿੰਦੇ ਨਕਦੀ ਜ਼ਬਤ ਕੀਤੀ ਗਈ ਹੈ ਅਤੇ 3 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਪੈਸਾ ਉਹਨਾਂ ਦੇ ਰਾਜ ਭਾਵ ਝਾਰਖੰਡ ਦੇ ਵਿੱਚ ਕਬਾਇਲੀ ਤਿਉਹਾਰ ਲਈ ਸਾੜੀਆਂ ਖਰੀਦਣ ਲਈ ਸੀ। ਝਾਰਖੰਡ ਦੀ ਝਾਮੋ ਦੀ ਅਗਵਾਈ ਸਰਕਾਰ ਹੈ। ਸਰਕਾਰ ਦਾ ਹਿੱਸਾ ਰਹੀ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵਿਧਾਇਕਾਂ ਨੂੰ 10-10 ਕਰੋੜ ਰੁਪਏ ਅਤੇ ਮੰਤਰੀਆਂ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਅਸਲ ਦੇ ਵਿੱਚ ਭਾਜਪਾ ਦੇ ਉੱਤੇ ਦੋਸ਼ ਲੱਗਦਾ ਵੀ ਹੈ, ਇਸ ਤਰ੍ਹਾਂ ਉਹ ਕਰਦੇ ਵੀ ਹੈ। ਮਮਤਾ ਬੈਨਰਜੀ ਨੇ ਆਖਿਆ ਕਿ ਭਾਜਪਾ ਨੂੰ ਲੱਗਦਾ ਹੈ ਕਿ ਉਹ ਸਾਨੂੰ ਸੀਬੀਆਈ ਜਾਂ ਈਡੀ ਦੇ ਡਰਾਵੇ ਦੇਊਗੀ, ਉਹ ਇਸ ਤਰ੍ਹਾਂ ਦੇ ਹੱਥ ਕੰਡੇ ਵਰਤੂਗੀ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਡਰਨ ਵਾਲਿਆਂ ਚੋਂ ਨਹੀਂ। ਅਗਲੇ ਸਾਲ ਪੰਚਾਇਤੀ ਚੋਣਾਂ ਅਤੇ ਫਿਰ 2024 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕੌਣ ਹੁੰਨੇ ਆ। ਮਮਤਾ ਬੈਨਰਜੀ ਨੇ ਮੀਡੀਆ ਦੇ ਕੁਝ ਲੋਕਾਂ ਤੇ ਵੀ ਟਿੱਪਣੀਆਂ ਕੀਤੀਆਂ। ਉਹਨਾਂ ਨੇ ਕਿਹਾ ਉਹ ਕਿ ਤ੍ਰਿਣਮੂਲ ਕਾਂਗਰਸ ਦੀ ਛਵੀ ਖਰਾਬ ਕਰਨਾ ਚਾਹੁੰਦੇ ਆ, ਖਬਰਾਂ ਝੂਠੀਆਂ ਚਲਾਉਂਦੇ ਆ, ਪਰ ਕਹਿੰਦੇ ਹਮੇਸ਼ਾ ਝੂਠੀਆਂ ਖਬਰਾਂ ਚੱਲਦੀਆਂ ਨਹੀਂ ਹੁੰਦੀਆਂ। ਕਹਿੰਦੇ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਦਿਖਾਈ ਜਾਂਦੇ ਆ। ਕਹਿੰਦੇ ਕਦੇ ਕਹਿੰਦੇ ਇਸ ਵਿਅਕਤੀ ਦੇ ਘਰੋਂ ਇੰਨੇ ਪੈਸੇ ਮਿਲ ਗਏ, ਇੰਨੇ ਗਹਿਣੇ ਮਿਲ ਗਏ, ਪਰ ਕਹਿੰਦੇ ਅਦਾਲਤ ਦੇ ਵਿੱਚ ਕੁਝ ਹਾਲੇ ਤੱਕ ਸਾਬਤ ਨਹੀਂ ਹੋਇਆ। ਸਾਨੂੰ ਕਾਨੂੰਨ ਤੇ ਯਕੀਨ ਹੈ, ਪਰ TRP ਕਹਿੰਦੇ ਹਮੇਸ਼ਾ ਹਾਈ ਨਹੀਂ ਰਹਿਣੀ ਤੁਹਾਡੀ। ਉਹਨਾਂ ਇਹ ਵੀ ਕਿਹਾ ਕਿ ਚੋਣਾਂ ਵਿੱਚ ਕੁਝ ਨਾ ਕੁਝ ਜ਼ਰੂਰ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਲੈ ਕੇ ਆਉਂਦੇ ਨੇ ਤੇ ਨਿਸ਼ਾਨਾ ਸ਼ਾਇਦ ਉਹਨਾਂ ਨੇ ਪਾਰਥ ਚੈਟਰਜੀ ਦਾ ਨਾਮ ਲੈ ਬਗੈਰ ਈਡੀ ਦੀ ਰੇਡ ਤੇ CBI ਦੇ ਛਾਪਿਆਂ ਤੇ ਮਾਰਿਆ ਹੈ। ਪਰ ਉਹਨਾਂ ਨੇ ਇੱਕ ਤਾਂ ਗੱਲ ਜ਼ਰੂਰ ਆਖੀ, ਉਹ ਕਹਿੰਦੇ ਈਡੀ ਅਤੇ CBI ਭਾਜਪਾ ਦੇ ਪਾਲਤੂ ਹੈ ਜੋ ਹਰ ਦਿਨ ਸਵੇਰੇ ਉੱਠ ਕੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਘਰ ਛਾਪੇ ਮਾਰਨ ਆਉਂਦੇ ਆ। ਉਹਨਾਂ ਕਿਹਾ ਕਿ ਸਾਨੂੰ ਲੜਨਾ ਆਉਂਦਾ, ਅਸੀਂ ਲੜੇ ਵੀ ਹਾਂ ਤੇ ਅਸੀਂ ਲੜਾਂਗੇ ਤੇ ਲੜਦੇ ਰਹਾਂਗੇ। ਉਹਨਾਂ ਕਿਹਾ ਕਿ 2021 ਵਿੱਚ ਉਸ ਦਾ ਪੈਰ ਤੋੜ ਦਿੱਤਾ ਗਿਆ ਸੀ, ਪਰ ਮੈਂ ਮਾਨਸਿਕ ਸ਼ਕਤੀ ਨਾਲ ਕੰਮ ਕਰਦੀ ਰਹੀ। ਕਹਿੰਦੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਵਿਅਕਤੀ ਜਾਂ ਜਾਨਵਰ ਜ਼ਖਮੀ ਹੋ ਜਾਂਦਾ ਨਾ, ਉਹ ਦੂਸਰਿਆਂ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਂਦਾ ਜਿਹਦੇ ਕਦੇ ਸੱਟ ਫੇਟ ਲੱਗੀ ਨਾ ਹੋਵੇ।
ਉਹਨਾਂ ਇਹ ਵੀ ਆਖਿਆ ਕਿ ਮੈਂ ਉਨੀ ਦੇਰ ਤੱਕ ਕਿਸੇ ਨੂੰ ਕੋਈ ਸੱਟ ਕੋਈ ਚੋਟ ਨਹੀਂ ਪਹੁੰਚਾਉਂਦੀ ਜਿੰਨੀ ਦੇਰ ਤੱਕ ਉਹਦਾ ਕੋਈ ਨੁਕਸਾਨ ਨਾ ਕਰਦਾ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਵਿਰੋਧੀ ਧਿਰਾਂ ਚਾਹ ਕੇ ਵੀ ਇੱਕ ਨਾ ਹੋ ਸਕੀਆਂ। ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਵਾਸਤੇ ਕੀ ਸੱਚਮੁੱਚ ਨਿੱਜੀ ਮਫਾਦ ਛੱਡ ਕੇ ਕਿਸੇ ਇੱਕ ਪਲੇਟਫਾਰਮ ਤੇ ਕਿਸੇ ਇੱਕ ਆਗੂ ਦੀ ਅਗਵਾਈ ਦੇ ਹੇਠ ਕੋਈ ਮੋਰਚਾ ਬਣਾ ਸਕਣਗੀਆਂ। ਜੇ ਇੰਜ ਨਾ ਕਰ ਸਕੇ ਤਾਂ ਫਿਰ ਇਹਨਾਂ ਲਈ ਹਾਲੇ ਦਿੱਲੀ ਦੂਰ ਲੱਗਦੀ ਹੈ। ਅਗਲੀ ਗੱਲ ਕਰਦੇ ਆਪਾਂ ਪੰਜਾਬ ਸਰਕਾਰ ਦੀ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਕਿਸਾਨਾਂ ਦੇ ਨਾਲ ਮਜ਼ਦੂਰ ਵੀ ਜੁੜੇ ਹੋਏ ਹੈ। ਜਦੋਂ ਕਿਸਾਨ ਨੂੰ ਸਾਹ ਸੁਖਾਲਾ ਨਹੀਂ ਆਉਂਦਾ ਤੇ ਸਮਝੋ ਮਜ਼ਦੂਰ ਨੂੰ ਵੀ ਸਾਹ ਸੁਖਾਲਾ ਨਹੀਂ ਆਉਣਾ। ਗੰਨਾ ਕਾਸ਼ਤਕਾਰ ਉਹ ਕਾਫੀ ਔਖੇ ਸੀ, ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਉਹਨਾਂ ਨੇ ਧਰਨਾ ਲਾਇਆ ਸੀ, ਤੇ ਜਦੋਂ ਆਹ ਸਰਕਾਰ ਆਈ ਇਹਨਾਂ ਨੇ ਵੀ ਗੰਨਾ ਕਾਸ਼ਤਕਾਰਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ, ਤੇ ਹੁਣ ਜਾਣਕਾਰੀ ਮਿਲੀ ਹੈ ਕਿ ਉਸ ਵਾਅਦੇ ਨੂੰ ਪੂਰੇ ਕਰਦੇ ਹਾਂ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਤੇ ਉਹ ਕਦਮ ਚੁੱਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰ ਦਿੱਤੇ ਹੈ। ਉਹਨਾਂ ਦੇ ਖਾਤਿਆਂ 'ਚ 75 ਕਰੋੜ ਰੁਪਏ ਦੀ ਜਿਹੜੀ ਆਖਰੀ ਕਿਸ਼ਤ ਉਹ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਸੰਬੰਧੀ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 7 ਸਤੰਬਰ 2022 ਨੂੰ ਗੰਨਾ ਕਿਸਾਨਾਂ ਨੂੰ ਅਦਾਇਗੀ ਦੇ ਵਜੋਂ 75 ਕਰੋੜ ਰੁਪਏ ਸ਼ੂਗਰਫੈਡ ਪੰਜਾਬ ਰਾਹੀਂ ਜਾਰੀ ਕਰਵਾ ਦਿੱਤੇ ਹੈ। ਉਹਨਾਂ ਦੱਸਿਆ ਕਿ ਵੀਰਵਾਰ ਭਾਵ 8 ਸਤੰਬਰ ਨੂੰ ਸੰਬੰਧਿਤ ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਇਹ ਰਕਮ ਜਮ੍ਹਾਂ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਅਦਾਇਗੀ ਤੋਂ ਬਾਅਦ ਅਜਨਾਲਾ, ਬਟਾਲਾ, ਬੁੱਢੇਆਲ, ਭੋਗਪੁਰ, ਫਾਜ਼ਿਲਕਾ, ਗੁਰਦਾਸਪੁਰ, ਮਰਿੰਡਾ, ਨਕੋਦਰ ਅਤੇ ਨਵਾਂ ਸ਼ਹਿਰ ਵਾਲਾ ਜਿਹੜਾ ਗੰਨਾ ਕਾਸ਼ਤਕਾਰਾਂ ਦਾ ਕੋਈ ਬਕਾਇਆ ਸੀ, ਹੁਣ ਇਸ ਕਿਸ਼ਤ ਦੇ ਜਾਰੀ ਹੋਣ ਤੋਂ ਬਾਅਦ ਕੋਈ ਨਹੀਂ ਬਚਿਆ। ਉਹਨਾਂ ਦੱਸਿਆ ਕਿ ਇਹ ਬਕਾਇਆ ਅਦਾਇਗੀਆਂ ਪੜਾਈ ਸੀਜ਼ਨ 2021-22 ਦੇ ਨਾਲ ਸੰਬੰਧਿਤ ਸਨ ਅਤੇ ਪਹਿਲੀ ਦਫਾ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲੀ ਦਫਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰ ਦਿੱਤੇ ਗਏ ਹੈ। ਉਹਨਾਂ ਇਹ ਵੀ ਦੱਸਿਆ ਕਿ 75 ਕਰੋੜ ਰੁਪਏ ਦੀ ਇਸ ਅਦਾਇਗੀ ਦੇ ਨਾਲ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੇ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਭੁਗਤਾ ਦਿੱਤੇ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਤੱਕ ਗੰਨਾ ਕਿਸਾਨਾਂ ਨੂੰ 619.62 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਹਾਲ ਦੀ ਘੜੀ ਕਿਸਾਨਾਂ ਦਾ ਹੁਣ ਕੋਈ ਬਕਾਇਆ ਨਹੀਂ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਉਹ ਕਹਿੰਦੇ ਸੂਬਾ ਸਰਕਾਰ ਦ੍ਰਿੜ ਹੈ, ਵਚਨਬੱਧ ਹੈ। ਉਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਹਨਾਂ ਕਿਹਾ ਕਿ ਫਸਲੀ ਵਿਭਿੰਨਤਾ ਦੇ ਰਾਹੀਂ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਕੇ ਖੇਤੀ ਨੂੰ ਅਸੀਂ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ ਅਤੇ ਲਗਾਤਾਰ ਅਸੀਂ ਪੁਰਜ਼ੋਰ ਉਪਰਾਲੇ ਵੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਲਈ ਸੁਹਿਰਦ ਯਤਨ ਕਰ ਰਹੀ ਹੈ ਕਿ ਯਕੀਨੀ ਬਣਾਇਆ ਜਾਵੇ ਕਿ 2022-23 ਦੇ ਆਗਾਮੀ ਗੰਨੇ ਦੇ ਸੀਜ਼ਨ ਦੇ ਵਿੱਚ ਅਜਿਹੀ ਕੋਈ ਵੀ ਬੇਲੋੜੀ ਦੇਰੀ ਨਾ ਹੋਵੇ, ਕਿਸਾਨਾਂ ਨੂੰ ਉਹਨਾਂ ਦੀ ਉਪਜ ਦੀ ਅਦਾਇਗੀ ਸਮੇਂ ਸਿਰ ਮਿਲੇ। ਦਰਅਸਲ ਇਹ ਕਾਫੀ ਚਿਰੋਕਣੀ ਅਤੇ ਅਹਿਮ ਮੰਗ ਸੀ। ਉਹਦਾ ਕਾਰਨ ਹੈ ਕਿ ਜੇਕਰ ਕਿਸੇ ਕਿਸਾਨ ਨੇ ਗੰਨਾ ਬੀਜਿਆ ਹੈ, ਮਿੱਲ ਵਿੱਚ ਲੈ ਕੇ ਆਇਆ ਹੈ, ਹੋ ਸਕਦਾ ਉਹਦੀ ਤਾਂ ਖੰਡ ਬਣ ਕੇ, ਚੀਨੀ ਬਣ ਕੇ, ਲੋਕ ਚਾਣੀ ਬਣਾ ਕੇ ਜਲੇਬੀਆਂ ਵੀ ਖਾ ਗਏ ਹੋਣ, ਪਰ ਕਿਸਾਨ ਵਿਚਾਰੇ ਧਰਨੇ ਲਾ ਰਹੇ ਸੀ। ਇਹ ਨਹੀਂ ਸੀ ਹੋਣਾ ਚਾਹੀਦਾ। ਇੰਜ ਜੇ ਸਰਕਾਰਾਂ ਕਰਦੀਆਂ ਰਹਿਣ, ਉਹ ਭਾਵੇਂ ਕੋਈ ਵੀ ਸਰਕਾਰ ਕਿਸੇ ਦੀ ਵੀ ਹੋਵੇ, ਚੰਗੀ ਗੱਲ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਪਿਛਲੀ ਸਰਕਾਰ ਦੇ ਨਾਲ ਸੰਬੰਧਿਤ ਹੈ। ਟੈਂਡਰ ਘੁਟਾਲਾ ਬੀਤੇ ਕਈ ਹਫ਼ਤਿਆਂ ਤੋਂ ਚਰਚਾ ਦੇ ਵਿੱਚ ਹੈ। ਟੈਂਡਰ ਘਪਲੇ ਦੇ ਜਿਹੜੇ ਮੁਲਜ਼ਮ ਉਹ ਨੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ। ਵਿਜੀਲੈਂਸ ਦੀ ਪੁੱਛਗਿੱਛ ਦੀ ਤਲਵਾਰ ਹੁਣ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਲਟਕ ਗਈ ਹੈ ਜਿਹੜੇ ਦਰਅਸਲ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਰਹਿੰਦੇ ਸਮੇਂ ਉਹਨਾਂ ਦੇ ਨਾਲ ਤਾਇਨਾਤ ਸੀ ਜਾਂ ਉਹਨਾਂ ਦੇ ਵਿਭਾਗ ਦੇ ਵਿੱਚ ਸੀ ਜਾਂ ਕਈ ਤਰ੍ਹਾਂ ਦੇ ਜਿਹੜੇ ਫੈਸਲੇ ਲੈਂਦੇ ਰਹੇ। ਇਹ ਲੋਕ ਹੁਣ ਵਿਜੀਲੈਂਸ ਦੀ ਸ਼ੱਕ ਦੇ ਘੇਰੇ 'ਚ ਨੇ। ਵਿਜੀਲੈਂਸ ਨੇ ਆਮ ਪ੍ਰਸ਼ਾਸਨ ਵਿਭਾਗ ਨੂੰ ਇੱਕ ਪੱਤਰ ਲਿਖਿਆ। ਪੱਤਰ ਭੇਜ ਕੇ ਆਸ਼ੂ ਦੇ ਨਾਲ ਤਾਇਨਾਤ ਰਹੇ 1 ਦਰਜਨ ਤੋਂ ਵੱਧ ਸਕੱਤਰੇਤ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਵਾਸਤੇ ਆਖਿਆ। ਇਹਦੇ ਤੋਂ ਪਹਿਲਾਂ ਵਿਭਾਗ ਨਾਲ ਸੰਬੰਧਿਤ 2 ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਅਰਜੀ ਤੇ ਅੱਜ ਸੁਣਵਾਈ ਹੋਣੀ ਹੈ। ਦੇਖਦੇ ਹਾਂ ਕਿ ਜ਼ਮਾਨਤ ਮਿਲਦੀ ਹੈ ਜਾਂ ਨਹੀਂ। ਵਿਜੀਲੈਂਸ ਬਿਊਰੋ ਦੇ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਨਾਲ ਜੁੜੇ ਹਰ ਇੱਕ ਵਿਅਕਤੀ ਤੇ ਦੱਸਿਆ ਜਾ ਰਿਹਾ ਕਿ ਨਜ਼ਰ ਰੱਖੀ ਜਾ ਰਹੀ ਹੈ। ਕਾਂਗਰਸ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪਿਛਲੀ ਸਰਕਾਰ ਦੇ ਦੌਰਾਨ ਜਾਅਲੀ ਵਾਹਨ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ਤੇ ਅਨਾਜ ਦੀ ਢੋਆ ਢੁਆਈ ਦਾ ਠੇਕਾ ਦੇਣ ਅਤੇ ਕਥਿਤ ਘਪਲੇ ਦੇ ਦੋਸ਼ਾਂ ਦੇ ਤਹਿਤ
ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਵਕਤ ਤੱਕ ਉਹ ਜੇਲ੍ਹ ਵਿੱਚ ਨੇ। ਵਿਜੀਲੈਂਸ ਨੇ ਆਸ਼ੂ ਦੇ ਪੀਏ ਦੀ ਰਿਹਾਇਸ਼ ਤੇ ਕੱਲ ਛਾਪੇਮਾਰੀ ਕੀਤੀ ਸੀ ਅਤੇ ਕੁਝ ਕਾਂਗਰਸੀ ਆਗੂ ਵੀ ਨਿਗਰਾਨੀ ਦੇ ਹੇਠ ਰੱਖੇ ਹੋਏ ਨੇ। ਇਸੇ ਦੌਰਾਨ ਵਿਜੀਲੈਂਸ ਨੇ ਆਸ਼ੂ ਦੇ ਨਾਲ ਜਿਹੜੇ ਲੋਕ ਰਹੇ, ਸਕੱਤਰੇਤ ਸਟਾਫ ਰਿਹਾ, ਉਹ ਪੁੱਛਗਿੱਛ ਤੋਂ ਕਰਨ ਦੇ ਵਾਸਤੇ ਆਮ ਪ੍ਰਸ਼ਾਸਨ ਵਿਭਾਗ ਨੂੰ ਇਹ ਚਿੱਠੀ ਲਿਖੀ ਹੈ। ਦੱਸਣਾ ਬਣਦਾ ਹੈ ਕਿ ਆਸ਼ੂ ਦੇ ਮੰਤਰੀ ਹੁੰਦਿਆਂ ਉਹਨਾਂ ਦੇ ਨਾਲ ਕਰੀਬ 9 ਮੁਲਾਜ਼ਮ ਦਫ਼ਤਰ ਵਿੱਚ ਤੈਨਾਤ ਹੁੰਦੇ ਸੀ, 6 ਉਹਨਾਂ ਦੇ ਘਰ ਵਿੱਚ ਤੈਨਾਤ ਹੁੰਦੇ ਸੀ। ਇਹ ਸਾਰੇ ਸਕੱਤਰੇਤ ਤੇ ਕਰਮਚਾਰੀ ਹੈ ਜੋ ਆਮ ਪ੍ਰਸ਼ਾਸਨ ਵਿਭਾਗ ਦੇ ਅਧੀਨ ਆਉਂਦੇ ਹੈ। ਹੁਣ ਵਿਜੀਲੈਂਸ ਬਿਊਰੋ ਇਹਨਾਂ ਸਾਰਿਆਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਦਰਅਸਲ ਵਿਜੀਲੈਂਸ ਦੀ ਰਡਾਰ ਤੇ ਉਹ ਹਰ ਕੋਈ ਵਿਅਕਤੀ ਹੈ ਜਿਹੜਾ ਭਾਰਤ ਭੂਸ਼ਣ ਆਸ਼ੂ ਦੇ ਕਿਸੇ ਨੂੰ ਕਿਸੇ ਤਰੀਕੇ ਨੇੜੇ ਹੋਇਆ ਕਰਦਾ ਸੀ। ਹੁਣ ਵੇਖਦੇ ਹਾਂ ਕਿ ਇਹਨਾਂ ਤੋਂ ਪੁੱਛਗਿੱਛ ਕਦੋਂ ਕੀਤੀ ਜਾਂਦੀ ਹੈ ਅਤੇ ਉਸ ਪੁੱਛਗਿੱਛ ਦੇ ਵਿੱਚੋਂ ਵਿਜੀਲੈਂਸ ਬਿਊਰੋ ਦੇ ਹੱਥ ਕੀ ਲੱਗਦਾ ਹੈ। ਇੱਕ ਖਬਰ ਆ ਬੀਤੇ ਦਿਨੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤੀ ਕੰਪਲੈਕਸ ਦੇ ਵਿੱਚ ਗੋਲੀ ਚੱਲੀ ਸੀ। ਪਹਿਲਾਂ ਕਹਿੰਦੇ ਸੀ ਕਿ ਲਾਰੈਂਸ ਬਿਸ਼ਨੋਈ ਨੇ ਗੋਲੀ, ਉਹਦੇ ਗਰੁੱਪ ਦੇ ਬੰਦਿਆਂ ਨੇ ਗੋਲੀ ਚਲਾਈ ਹੈ। ਬਾਅਦ ਚ ਕਹਿੰਦੇ ਨਹੀਂ, ਇਸ ਤਾਂ ਆਪਣੇ ਬੰਦੇ ਨੂੰ ਆਪ ਛਡਾਉਣ ਵਾਸਤੇ ਗੋਲੀ ਚਲਾਈ ਸੀ। ਕਈ ਤਰ੍ਹਾਂ ਦੀਆਂ ਉਸ ਦੇ ਵਿੱਚ ਖਬਰਾਂ ਮਿਲੀਆਂ, ਪਰ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਸੰਬੰਧਿਤ ਸੀ ਉਹ ਵਿਅਕਤੀ ਜਿਸ ਦੀ ਪੇਸ਼ੀ ਸੀ। ਪਹਿਲੇ ਜਾਣਕਾਰੀ ਮਿਲੀ ਸੀ ਕਿ ਉਸ ਨੂੰ ਛਡਵਾਉਣ ਲਈ ਉਹਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਕਰਨ ਵਾਲੇ ਫਰਾਰ ਹੋ ਗਏ ਸੀ। ਹੁਣ ਉਹ ਫਾਇਰਿੰਗ ਕਰਕੇ ਫਰਾਰ ਹੋਏ ਦੋਸ਼ੀ ਨੂੰ ਪਨਾਹ ਦੇਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਦਰਅਸਲ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਸਰਕਾਰੀ ਕਾਲਜ ਦੇ ਵਿੱਚ ਚਪੜਾਸੀ ਦੇ ਤੌਰ ਤੇ ਤੈਨਾਤ ਦੱਸਿਆ ਗਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਵਿੱਕੀ ਮਿੱਡੂ ਖੇੜਾ ਕਤਲ ਦੇ ਮਾਮਲੇ ਨਾਲ ਸੰਬੰਧਿਤ ਜਦੋਂ ਦੋਸ਼ੀਆਂ ਦੀ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤੀ ਕੰਪਲੈਕਸ ਦੇ ਵਿੱਚ ਕਿਸੇ ਹੋਰ ਮਸਲੇ 'ਚ ਦਰਅਸਲ ਪੇਸ਼ੀ ਸੀ, ਪਰ ਉਹਦੇ 'ਚ ਵੀ ਲੋੜੀਂਦੇ ਨੇ। ਉੱਥੇ ਪ੍ਰਗਟ ਸਿੰਘ ਪਿੰਡ ਖੋਜੇ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਮੇਤ ਉਸਦੇ ਕੁਝ ਹੋਰ ਸਾਥੀਆਂ ਨੇ ਮੁਲਜ਼ਮਾਂ ਨੂੰ ਛਡਾਉਣ ਲਈ ਅਦਾਲਤੀ ਕੰਪਲੈਕਸ ਦੇ ਬਾਹਰ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ। ਫਾਇਰਿੰਗ ਕਰਨ ਤੋਂ ਬਾਅਦ, ਗੋਲੀਬਾਰੀ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਸੀ। ਪ੍ਰਗਟ ਸਿੰਘ ਪੁਲਿਸ ਤੇ ਫਾਇਰਿੰਗ ਕਰਨ ਤੋਂ ਬਾਅਦ ਕਸਬਾ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ ਸਿੰਘ 'ਚ ਸਰਕਾਰੀ ਡਿਗਰੀ ਕਾਲਜ ਵਿੱਚ ਤੈਨਾਤ ਚਪੜਾਸੀ ਹਰਜਿੰਦਰ ਸਿੰਘ ਅਤੇ ਰਾਹੁਲਦੀਪ ਸਿੰਘ ਦੇ ਕੋਲ 30 ਅਗਸਤ ਨੂੰ ਆ ਕੇ ਰੁਕਿਆ। ਪੁਲਿਸ ਪ੍ਰਗਟ ਸਿੰਘ ਦਾ ਪਿੱਛਾ ਕਰਦੇ ਹੋਏ ਪੱਤੋ ਹੀਰਾ ਸਿੰਘ ਜਾ ਪਹੁੰਚੀ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਲਜ ਦੇ ਚਪੜਾਸੀ ਹਰਜਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਦੇ ਦੋਸਤ ਜਸਪ੍ਰੀਤ ਸਿੰਘ ਜਸ ਦੇ ਕਹਿਣ ਤੇ ਪ੍ਰਗਟ ਸਿੰਘ ਨੂੰ 2-3 ਦਿਨ ਲਈ ਆਪਣੇ ਘਰ ਦੇ ਵਿੱਚ ਰੱਖਿਆ। 31 ਅਗਸਤ ਨੂੰ ਦਿੱਲੀ ਪੁਲਿਸ ਨੇ ਹਰਜਿੰਦਰ ਸਿੰਘ ਦੇ ਘਰੋਂ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕੀਤਾ। ਇਹਦੇ ਤੋਂ ਬਾਅਦ ਨਿਹਾਲ ਸਿੰਘ ਵਾਲਾ ਪੁਲਿਸ ਨੇ ਹਰਜਿੰਦਰ ਸਿੰਘ ਅਤੇ ਉਸਦੇ ਸਾਥੀ ਰਾਹੁਲ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੇ ਵਿੱਚ ਗੱਲ ਇਹ ਸਾਹਮਣੇ ਆਈ ਕਿ ਪ੍ਰਗਟ ਸਿੰਘ ਆਪਣਾ 32 ਬੋਰ ਦਾ ਅਸਲਾ, 6 ਜਿੰਦਾ ਕਾਰਤੂਸ ਅਤੇ 1 ਮੋਟਰਸਾਈਕਲ ਉੱਥੇ ਛੱਡ ਕੇ ਗਿਆ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ। ਨਾਲਾਗੜ੍ਹ ਅਦਾਲਤੀ ਗੋਲੀਬਾਰੀ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਦੀਆਂ ਗੈਂਗਾਂ ਦੇ ਕਰੀਬੀਆਂ ਨੂੰ ਕਾਬੂ ਕੀਤਾ। ਦਿੱਲੀ ਪੁਲਿਸ ਨੇ 2 ਨਾਮੀ ਬਦਮਾਸ਼ਾਂ ਸਮੇਤ 4 ਲੋਕ ਗ੍ਰਿਫਤਾਰ ਕੀਤੇ ਸੀ। ਇਸ ਦੇ ਵਿੱਚ ਇੱਕ ਮੁਲਜ਼ਮ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਗੈਂਗ ਦਾ ਪਰਦਾਫਾਸ਼ ਦਿੱਲੀ ਪੁਲਿਸ ਕਾਊਂਟਰ ਇੰਟੈਲੀਜੈਂਸ ਦੇ ਸਪੈਸ਼ਲ ਸੈੱਲ ਦੇ ਏਸੀਪੀ ਰਾਹੁਲ ਵਿਕਰਮ ਦੀ ਅਗਵਾਈ ਵਾਲੀ ਟੀਮ ਨੇ ਕੀਤਾ। ਬੀਤੇ ਬੁੱਧਵਾਰ ਨੂੰ ਦਿੱਲੀ 'ਚ ਸਪੈਸ਼ਲ ਸੈੱਲ ਦੇ ਕਮਿਸ਼ਨਰ HGS ਧਾਲੀਵਾਲ ਨੇ ਇਹ ਜਾਣਕਾਰੀ ਦਿੱਤੀ ਸੀ। ਉਹਨਾਂ ਦੱਸਿਆ ਕਿ ਦੋਸ਼ੀਆਂ ਤੋਂ ਐਡਵਾਂਸ ਹਥਿਆਰ, 5 ਮੈਗਜ਼ੀਨ, 20 ਜਿੰਦਾ ਕਾਰਤੂਸ ਅਤੇ 1 ਮੋਟਰਸਾਈਕਲ ਬਰਾਮਦ ਹੋਇਆ ਹੈ। ਦੋਸ਼ੀ ਗਗਨਦੀਪ ਸਿੰਘ ਕੋਲੋਂ ਗ੍ਰਨੇਡ ਅਤੇ 1 ਕਾਰ ਅਤੇ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। ਨਾਲਾਗੜ੍ਹ ਅਦਾਲਤੀ ਗੋਲੀਬਾਰੀ ਮਾਮਲੇ ਵਿੱਚ 4 ਬਦਮਾਸ਼ ਸ਼ਾਮਲ ਸੀ, ਜਦਕਿ 2 ਖਤਰਨਾਕ ਦੋਸ਼ੀਆਂ ਨੂੰ ਦੱਸਿਆ ਗਿਆ ਸੀ ਕਿ ਗ੍ਰਿਫਤਾਰ ਕੀਤਾ ਗਿਆ ਹੈ, ਜੋ ਹਥਿਆਰ ਸਪਲਾਈ ਕਰਨ ਵਾਲੇ ਦੇ ਤੇ ਉਹ ਜਿਹੜਾ ਮਾਸਟਰਮਾਈਂਡ ਸੀ ਉਹਦੇ ਨਾਲ ਸੰਬੰਧਿਤ ਸੀ। ਹੁਣ ਇਹਨਾਂ 4 ਦੋਸ਼ੀਆਂ ਦੀ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ 'ਚ ਵਕੀਲ ਉਰਫ ਵਿੱਲਾ, ਜਿਹੜਾ ਕਿ ਕੈਥਲ ਹਰਿਆਣਾ ਦਾ ਰਹਿਣ ਵਾਲਾ ਹੈ, ਵਿਕਰਮ ਬੱਲੂ, ਇਹ ਵੀ ਕੈਥਲ ਦਾ ਹੈ, ਪ੍ਰਗਟ ਸਿੰਘ ਖੋਜੋ ਮਾਜਰਾ ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਹੈ, ਗੁਰਜੀਤ ਸਿੰਘ ਨੰਗਲ ਬਰੌਂਡੀ ਮੋਹਾਲੀ, ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਜਿਹੜੀ ਅਗਲੀ ਖਬਰ ਹੈ, ਸੱਚਮੁੱਚ ਬੜਾ ਤਰਸ ਆਉਂਦਾ ਹੈ ਪਰਿਵਾਰ ਦੇ ਉੱਤੇ, ਤਰਸ ਆਉਂਦਾ ਹੈ ਮਹਿਕਮਿਆਂ ਦੇ ਉੱਤੇ। PRTC ਦੇ ਵਿੱਚ ਡਰਾਈਵਰ ਸੀ, ਮੌਤ ਦਾ ਯਕੀਨ ਹੈ ਨਾ ਕਿਸੇ ਦੀ ਵੀ, ਇਹ ਤਾਂ ਕਰਨਾ ਪਊਗਾ।
ਅੱਜ ਕਿਸੇ ਦੀ ਤੇ ਕੱਲ ਸਾਡੀ ਵਾਰੀ ਆਉਣੀ ਹੈ, ਪਰ ਮੌਤ ਤੋਂ ਬਾਅਦ ਕਿਸੇ ਦੀ ਲੋਥ ਰੁਲਣੀ ਨਹੀਂ ਚਾਹੀਦੀ। ਆਹ ਜਿਹੜੀ ਖਬਰ ਹੈ, ਪੀਆਰਟੀਸੀ ਦਾ ਡਰਾਈਵਰ ਸੀ, ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰਕ ਜੀ ਭੜਕੇ ਹੈ। ਸੰਗਰੂਰ ਬੱਸ ਸਟੈਂਡ ਨੂੰ ਜਿੰਦਾ ਲਾ ਕੇ ਮ੍ਰਿਤਕ ਦੀ ਲਾਸ਼ ਬੱਸ ਅੱਡੇ ਦੇ ਸਾਹਮਣੇ ਲੰਘਦੀ ਸੜਕ ਤੇ ਰੱਖ ਕੇ ਉਹਨਾਂ ਨੇ ਆਪਣੇ ਮਹਿਕਮੇ ਅਤੇ ਉੱਚ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਡਰਾਈਵਰ ਦਾ ਨਾਮ ਸਤਗੁਰ ਸਿੰਘ, ਜਿਹੜਾ ਕਿ ਪੀਆਰਟੀਸੀ ਠੇਕੇਦਾਰੀ ਸਿਸਟਮ ਦੇ ਤਹਿਤ ਡਰਾਈਵਰ ਸੀ। ਸਤਗੁਰ ਦਾ ਕੁਝ ਦਿਨ ਪਹਿਲਾਂ ਡਿਊਟੀ ਤੋਂ ਪਰਤਦੇ ਸਮੇਂ ਐਕਸੀਡੈਂਟ ਹੁੰਦਾ ਹੈ ਅਤੇ ਛੁੱਟੀ ਨਾ ਮਿਲਣ ਕਾਰਨ ਉਸ ਦੀ ਹਾਲਤ ਹੋਰ ਖਰਾਬ ਹੁੰਦੀ ਹੈ ਅਤੇ ਆਖਰਕਾਰ ਉਹਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਮੌਤ ਤੇ ਭੜਕੇ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ ਵਾਸੀ, ਉਹਨਾਂ ਦੇ ਦੋਸਤ ਉਹ ਸੰਗਰੂਰ ਬੱਸ ਸਟੈਂਡ ਨੂੰ ਜਿੰਦਾ ਲਾ ਕੇ ਉਸ ਦੀ ਲਾਸ਼ ਸੜਕ ਤੇ ਰੱਖ ਕੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 25 ਅਗਸਤ ਨੂੰ ਸਤਗੁਰ ਸਿੰਘ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਿੰਡ ਕਲੌਦੀ ਵਾਪਸ ਆ ਰਿਹਾ ਸੀ। ਰਸਤੇ 'ਚ ਉਹਦਾ ਐਕਸੀਡੈਂਟ ਹੁੰਦਾ ਹੈ, ਜਿਸ ਕਾਰਨ ਉਹਦੇ ਪੇਟ ਦੇ ਵਿੱਚ, ਢਿੱਡ 'ਚ ਕਾਫੀ ਸੱਟਾਂ ਲੱਗਦੀਆਂ ਨੇ। ਅਗਲੇ ਦਿਨ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਇਹਦੇ ਬਾਬਤ ਜਾਣੂ ਕਰਵਾ ਦਿੱਤਾ ਅਤੇ ਛੁੱਟੀ ਦੀ ਮੰਗ ਵੀ ਕੀਤੀ, ਪਰ ਮਹਿਕਮੇ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ, ਸਗੋਂ ਦਿੱਲੀ ਦੇ ਲੰਬੇ ਰੂਟ ਤੇ ਭੇਜ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਦਿੱਲੀ ਜਾ ਕੇ ਸਤਗੁਰ ਦੀ ਹਾਲਤ ਹੋਰ ਵਿਗੜ ਗਈ। ਦਿੱਲੀ ਤੋਂ ਪਰਤਦੇ ਹੀ ਪਰਿਵਾਰ ਨੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਉਹਦੀ ਸਿਹਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ ਗਿਆ। ਸਤਗੁਰ ਦੀ ਪਤਨੀ ਨੇ ਦੱਸਿਆ ਕਿ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਆਖਰਕਾਰ ਸਤਗੁਰ ਸਿੰਘ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਇਲਾਜ ਤੇ ਵੀ ਲਗਭਗ 3 ਤੋਂ 4 ਲੱਖ ਰੁਪਏ ਪਰਿਵਾਰ ਦਾ ਖਰਚ ਆ ਗਿਆ। ਅਸੀਂ ਕਹਿੰਦੇ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਆ। ਦੱਸਣਾ ਬਣਦਾ ਕਿ ਮ੍ਰਿਤਕ ਆਪਣੇ ਪਿੱਛੇ 8 ਸਾਲਾਂ ਦੀ ਇੱਕ ਧੀ ਅਤੇ ਇੱਕ ਹੋਰ ਛੋਟਾ ਬੱਚਾ ਛੱਡ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਿੰਡੋਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਹੈ ਅਤੇ ਨਾਲ ਹੀ ਕਿਸਾਨ ਯੂਨੀਅਨ ਨਾਲ ਵੀ ਰਾਬਤਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਇਹ ਪੱਕਾ ਮੋਰਚਾ ਇੱਥੇ ਜਾਰੀ ਰਹੂਗਾ। ਯੂਨੀਅਨ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ, ਐਕਸੀਡੈਂਟ ਹੋਇਆ ਹੈ, ਤੁਹਾਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਉਹ ਛੁੱਟੀ ਮੰਗ ਰਿਹਾ ਹੈ। ਕੀ ਕੋਈ ਛੁੱਟੀ ਲੈਣਾ ਅਧਿਕਾਰ ਨਹੀਂ ਹੈ? ਕੀ ਸੱਚਮੁੱਚ ਇੰਜ ਕਿਸੇ ਮਹਿਕਮੇ ਦੇ ਵਿੱਚ ਸੱਟ ਫਿੱਟ ਲੱਗਣ ਤੋਂ ਬਾਅਦ ਕੋਈ ਵਿਅਕਤੀ ਆਪਣੇ ਸਰੀਰ ਨੂੰ ਜੇਕਰ ਤੰਦਰੁਸਤ ਜਾਂ ਫਿੱਟ ਨਹੀਂ ਸਮਝਦਾ ਕਿ ਉਹ ਛੁੱਟੀ ਨਹੀਂ ਕਰ ਸਕਦਾ? ਕੀ ਸੱਚਮੁੱਚ ਇੱਕ ਵਿਅਕਤੀ ਸੇਵਾ ਵੀ ਦੇਵੇ, ਸਰਵਿਸ ਵੀ ਦੇਵੇ ਤੇ ਬਾਅਦ ਦੇ ਵਿੱਚ ਉਹਦੀ ਲੋਥ ਵੀ ਰੁਲੇ? ਸੱਚਮੁੱਚ ਇਹ ਗੱਲਾਂ ਸੁਣ ਕੇ, ਦੇਖ ਕੇ ਮਨ ਨੂੰ ਡਾਢਾ ਦੁੱਖ ਹੁੰਦਾ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।